अस्सलाम वालेकुम नासिर भाई। वालेकुम सलाम जी। नासिर भाई, अब पंजाब की सकाफ़त को, बिछड़े हुए लोगों को जोड़ने के लिए बहुत मेहनत करते हैं। आपने मशरक़ी पंजाब में भी देखा उस साइड पे किसानों की तहरीक को, इस तहरीक को उसके साथ कैसे कंपैरिजन को कर सकते हैं कोई? ਕੰਪੈਰੀਜ਼ਨ ਬਿਲਕੁਲ ਜੀ। ਅਸੀਂ ਜੇ ਗੱਲ ਕਰ ਲੈਂਦੇ ਆ ਵੀ ਅਸੀਂ ਪੰਜਾਬ 'ਚ ਰਹਿਣ ਵਾਲੇ ਇੱਕੋ ਕੋਈ ਆ। ਉਧਰਲੇ ਕਿਸਾਨ ਇੱਧਰਲੇ ਕਿਸਾਨ, ਸਾਡੇ ਮਸਾਇਲ, ਸਾਡੇ ਉਹ ਖੇਤੀ ਦੇ ਮਸਾਇਲ, ਸਾਡੇ ਬਿਜਲੀ ਦੇ ਮਸਾਇਲ, ਸਾਰਾ ਕੁਝ ਬਰਾਬਰ ਹੀ ਆ। ਇਹਦੇ ਵਿੱਚ ਜਿਸ ਤਰ੍ਹਾਂ ਸ਼ੁਰੂ ਹੋਇਆ ਵਾ, ਮੈਨੂੰ ਲੱਗਦਾ ਵੀ ਇਹ ਜਿਹੜੇ ਮੁਤਾਲਬਾਤ ਨੇ, ਅਗਰ ਗਵਰਨਮੈਂਟ ਇਹਨਾਂ ਨੂੰ ਜਲਦ ਤੋਂ ਜਲਦ ਮੰਨ ਲੈਂਦੀ ਹੈ ਤਾਂ ਉਹਨਾਂ ਦੇ ਫਾਇਦੇ ਵਿੱਚ ਰਹੇਗਾ। ਨਹੀਂ ਤੇ ਵੇਖ ਕੇ ਹੋਰ ਲੋਕ ਜਿਹੜੇ ਆਉਣਗੇ ਇੱਥੇ ਇਸਲਾਮਾਬਾਦ ਪਹੁੰਚਣਗੇ, ਉਹਨਾਂ ਵਾਸਤੇ ਮੁਸ਼ਕਲਾਤ ਬਣਨਗੀਆਂ। ਸੋ ਇਹ ਧਰਨਾ ਜਿਹੜਾ ਕਿਸਾਨਾਂ ਦਾ ਮਾਰਚ ਆ, ਸੋ ਇਹ ਬੜਾ ਵੱਡਾ ਟਰਨਿੰਗ ਪੁਆਇੰਟ ਸਾਬਤ ਹੋ ਸਕਦਾ ਵਾ। ਉਹ ਇਸ ਸੂਰਤ 'ਚ ਸਾਬਤ ਮੈਂ ਕਹਾਂਗਾ ਹੋ ਸਕਦਾ ਵੀ ਹਲੀਆ ਦੀ ਸਟਾਰਟਿੰਗ, ਜੇ ਅਗਰ ਇਹਨੂੰ ਜਿਸ ਤਰ੍ਹਾਂ ਹੁਣ 25-30 ਹਜ਼ਾਰ ਲੋਕ ਆ, ਜੇ ਇੱਥੇ ਕੋਈ 1-2 ਲੱਖ ਲੋਕ ਕਿਸਾਨ ਇਕੱਠੇ ਹੋ ਗਏ ਤੇ ਇਹਨਾਂ ਕੋਲ ਸਾਹਮਣੇ ਔਖੇ ਹੋ ਜਾਣਗੇ। ਸੋ ਇਹ ਸ਼ਕਲ ਉਹ ਹੀ ਇਖਤਿਆਰ ਕਰ ਲੇਗਾ ਜਿੱਥੇ ਮੋਦੀ ਨੇ ਗੋਡੇ ਟੇਕ ਲਏ ਤੇ ਇਹਨਾਂ ਗਵਰਨਮੈਂਟਾਂ ਨੂੰ ਵੀ ਗੋਡੇ ਟੇਕਣੇ ਪੈਣੇ। ਦੀ ਟੀਮ ਨੂੰ ਰਾਣਾ ਸਨਾਉਲਾ ਨੇ ਧਮਕੀਆਂ ਵੀ ਦਿੱਤੀਆਂ। ਇਹ ਕਿਸਾਨ ਜਿਹੜੇ ਆਪਣੇ ਕੰਮ ਨਾਲ ਕੰਮ ਰੱਖਦੇ ਨੇ, ਮਾਸੂਮ ਜਿਹਾ ਪੇਸ਼ਾ ਇਹਨਾਂ ਨੂੰ ਐਡੀ ਵੱਡੀ ਧਮਕੀ ਦੇਣ ਦੇ ਪਿੱਛੇ ਕੀ ਰਾਣਾ ਸਨਾਉਲਾ ਜੀ ਮੇਰੇ ਹਲਕੇ ਦਾ, ਬਲਕਿ ਜਿੱਦਣ ਫੈਸਲਾਬਾਦ ਜਾਂਦਾ, ਸਾਡੇ ਡੇਰੇ ਤੋਂ ਪਿੰਡੋਂ ਹੋ ਕੇ ਜਾਂਦਾ, ਅਸੀਂ ਉਹਦੇ ਉਸ ਹਲਕੇ ਤੋਂ ਆ। ਐਡੇ ਡਰਨ ਵਾਲੇ ਤੇ ਡਰਾਉਣ ਵਾਲੇ ਨਾ ਉਹ ਆ ਤੇ ਨਾ ਅਸੀਂ ਡਰਨ ਵਾਲੇ, ਉਹਨੂੰ ਪਤਾ, ਉਹਨਾਂ ਨੂੰ ਵੀ ਪਤਾ। ਸੋ ਇਹ ਕਿਸਾਨ ਐਡੀ ਜਲਦੀ ਡਰਦੇ ਨਹੀਂ। ਇਹ ਤੇ ਤੁਸੀਂ ਕਹੋ ਵੀ ਪਿੰਡ ਦਾ PM ਹੋਵੇ ਤੇ ਦੂਜੇ ਪਾਸੇ ਹੋਣ ਨੇ ਜ਼ਿਮੀਦਾਰ ਜੱਟ, ਇਹ ਨਹੀਂ ਡਰਦੇ ਕਿਸੇ ਕੋ, ਤੇ ਨਾ ਇਹਨਾਂ ਡਰਨਾ ਹੀ, ਨਾ ਧਮਕੀਆਂ ਤੋਂ ਡਰਨਗੇ। ਅੱਛਾ, ਬਾਰ-ਬਾਰ ਮੁਜ਼ਾਕਰਾ 'ਚ ਨਾ ਟਾਈਮ ਲੈ ਜਾ ਰਹੇ ਨੇ, ਉਹਨਾਂ ਨੇ ਮੰਡੇ ਦਾ ਟਾਈਮ ਦਿੱਤਾ ਹੈ। ਅੱਛਾ, ਇਹਦੇ ਵਿੱਚ ਸਟ੍ਰੈਟਜੀ ਇਹ ਹੁੰਦੀ ਆ ਵੀ ਟਾਈਮ ਨੂੰ ਲੰਬਾ ਕੀਤਾ ਜਾਵੇ, ਇਹਨਾਂ ਨੂੰ ਤੋੜਿਆ ਜਾਵੇ, ਕਿਉਂਕਿ ਜ਼ਰੂਰੀਆਤੀ ਜ਼ਿੰਦਗੀ, ਘਰਾਂ ਦੇ ਮਸਲੇ ਮਸਾਇਲ, ਵੀ ਮੈਂ ਵੀ ਕੋਈ ਕੰਮ ਛੱਡ ਕੇ, ਕੋਈ ਵੀ ਕੰਮ ਛੱਡ ਕੇ ਆਇਆ, ਤੇਰਾ ਛੱਡਣਾ ਇੱਕ ਦਿਨ ਦਾ ਕੰਮ ਨਹੀਂ ਹੈ ਤੇ 4 ਦਿਨ ਵੀ ਇਹਨਾਂ ਨੂੰ ਥੋੜਾ ਜਿਹਾ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇ, ਵੀ ਇਹਨੂੰ ਲੰਬਾ ਪੀਰੀਅਡ ਕਰਕੇ ਉਹਨਾਂ ਨੂੰ ਘਰਾਂ ਤੱਕ, ਜਿਸ ਤਰ੍ਹਾਂ ਕਿ ਉਧਰ ਕਿਸਾਨ ਸੀ ਸਾਲ ਪੂਰਾ ਬੈਠੇ, ਉਹਨਾਂ ਦੀ ਕੋਸ਼ਿਸ਼ ਤੇ ਇਹ ਸੀ ਵੀ 2-4 ਦਿਨ ਦਾ ਖਾਣਾ ਦਾਣਾ ਇਹਨਾਂ ਕੋਲ ਮੁੱਕ ਜਾਏਗਾ ਤੇ ਫਿਰ ਇਹ ਘਰਾਂ ਨੂੰ ਮੁੜ ਜਾਣਗੇ। ਲੇਕਿਨ ਇਦਾਂ ਨਹੀਂ ਹੋਣਾ। ਇੱਥੇ ਖਾਣਾ ਵੀ ਇੱਥੇ ਬਣੇਗਾ, ਸਾਰਾ ਕੁਝ ਇੱਥੇ ਹੋਏਗਾ। ਇੱਥੇ ਕਿਸਾਨ ਜਿਹੜੇ ਨੇ ਬੈਠੇ, ਅਸੀਂ ਇਹਨਾਂ ਦੇ ਨਾਲ ਹੈ। ਤੁਹਾਡੀ ਗੱਲਬਾਤ ਹੋਈ ਆਪ ਇਹਨਾਂ ਲੋਕਾਂ ਨੇ, ਇਹਨਾਂ ਦੇ ਜਜ਼ਬਾਤ ਕੀ ਨੇ, ਅੱਗੋਂ ਇਰਾਦੇ ਕੀ ਨਜ਼ਰ? ਜਜ਼ਬਾਤ ਵੇਖੋ ਜੀ, ਜੋ ਇਹ ਇੱਕ ਘਰ ਦੀ ਜਾਂ ਇੱਕ ਫਰਦ ਦੀ ਗੱਲ ਨਹੀਂ, ਇਹ ਮੇਰੇ ਨਾਲ ਉਹ ਗੱਲਾਂ ਜੁੜੀਆਂ ਨੇ, ਇਸ ਮੁੰਡੇ ਨਾਲ, ਤੁਹਾਡੇ ਨਾਲ ਜਿਹੜੇ ਜ਼ਿਮੀਦਾਰ ਨੇ ਜੁੜੀਆਂ ਨੇ ਗੱਲਾਂ। ਇਹ ਜਜ਼ਬਾਤ ਨਹੀਂ, ਇਹ ਆਪਾਂ ਕਹਿ ਸਕਦੇ ਹਾਂ ਉਸ ਗੱਲ ਨੂੰ ਵੀ ਇਹ ਸਾਡੀ ਜ਼ਰੂਰਤ ਆ। ਜ਼ਰੂਰਤ ਇਸ ਤਰ੍ਹਾਂ ਵਾ ਵੀ ਅਸੀਂ ਇਹਨਾਂ ਮਸਾਇਲ ਨੂੰ ਹੱਲ ਨਾ ਕਰਾਂਗੇ ਤੇ ਜਿਹੜੀ ਰੋਟੀ ਆ, ਜਿਹੜਾ ਉਹ ਕਿਸਾਨ ਜਿਹੜਾ ਅਨਾਜ ਪੈਦਾ ਕਰਦਾ ਵਾ, ਜਿਹੜਾ ਪੂਰੀ ਦੁਨੀਆ ਦਾ ਢਿੱਡ ਪਾਲਦਾ, ਜੇ ਤੁਸੀਂ ਉਹਦੇ ਕੋਲ ਖੋਵੋਗੇ, ਉਹ ਸਾਡੀ ਨੂੰ ਤੋੜ ਦੋ। ਕਿਹਾ ਜਾਂਦਾ ਕਿ ਸਰ ਨਾਲ ਹਲਾਰ ਕਮਾਨ ਵਾਲਾ ਕਿਸਾਨ ਹੁੰਦਾ। ਵੇਖੋ, ਜਿੱਥੇ 15,000 ਦੀ DAP ਲੈ ਕੇ ਐਡਾ ਮਹਿੰਗਾ 30-32 ਰੁਪਏ ਦਾ ਯੂਨਿਟ ਬਾਲ ਕੇ, ਉਹ ਠੇਕੇ ਤੇ ਜ਼ਮੀਨ 70-75 ਹਜ਼ਾਰ ਠੇਕਾ, ਫਿਰ ਹੋਰ ਖਰਚੇ ਵੀ ਸਾਲ ਪੂਰਾ ਸਾਂਭ ਕੇ। ਮੈਂ ਆਪ ਜ਼ਿਮੀਦਾਰ ਹਾਂ, ਵੱਜਦਾ ਵਜਾਉਂਦਾ ਤੇ ਕੱਖ ਨਹੀਂ ਗਾ, ਸਾਨੂੰ ਵੀ ਪਤਾ ਇਸ ਗੱਲ ਦਾ। ਤੇ ਅਸੀਂ ਢਿੱਡ ਪਾਲਦੇ ਹਾਂ ਲੋਕਾਂ ਦੇ, ਤੇ ਇਹ ਉਸ ਰੀੜ ਦੀ ਹੱਡੀ ਨੂੰ ਤੋੜਨਾ ਚਾਹਣਗੇ ਤੇ ਬਹਿਣਗੇ ਕਿਵੇਂ ਫਿਰ, ਜੇ ਰੀੜ ਦੀ ਹੱਡੀ ਟੁੱਟ ਜੂ ਤੇ ਜਿਹੜੀ ਹਿਸਟਰੀ ਐਸੇ ਗਵਰਨਮੈਂਟ ਦੀ, ਉਹ ਵੇਖਦੇ ਹੋ ਤੁਸੀਂ ਕਿ ਪੋਜ਼ਿਟਿਵ ਹੈ ਉਹ, ਕਿ ਮੁਜ਼ਾਕਰਾਤ ਕਾਮਯਾਬ ਹੋ ਸਕਦੇ ਨੇ? ਸਰ, ਕਾਮਯਾਬ ਕਰਨੇ ਪੈਣਗੇ ਮੁਜ਼ਾਕਰਾਤ। ਵੇਖੋ ਨਾ, ਸਬਸਿਡੀ ਦੀ ਗੱਲ ਕਰਦੇ ਜੇ ਤੁਸੀਂ ਕਾਰਪੋਰੇਟ ਸੈਕਟਰ ਨੂੰ ਸਬਸਿਡੀ ਦੇ ਸਕਦੇ ਹੋ, ਤੁਸੀਂ ਸ਼ੂਗਰ ਮਿਲਾਂ ਨੂੰ ਸਬਸਿਡੀ ਦੇ ਸਕਦੇ ਹੋ, ਤੇ ਕਿਸਾਨਾਂ ਨੂੰ ਕਿਉਂ ਨਹੀਂ ਦੇ ਸਕਦੇ? ਇਹ ਕਿੱਡਾ ਕੁ ਵੱਡਾ ਕੰਮ ਹੈ, ਕਿਉਂਕਿ ਤੁਸੀਂ ਸਾਰਾ ਕੁਝ ਜਨਰੇਟ ਇੱਥੋਂ ਕਰਨਾ। ਜੇ ਆਪਾਂ ਗੱਲ ਕਰਦੇ ਹਾਂ ਸੈਲਾਬ ਦੀ, ਫਲੱਡ ਦੀ ਗੱਲ ਕਰਦੇ ਹਾਂ, ਅਸੀਂ ਪਿਛਲੇ ਕੁਝ ਦਿਨਾਂ 'ਚ ਸਾਡੀਆਂ ਟੀਮਾਂ ਉੱਥੇ ਫਲੱਡ ਏਰੀਆ ਦੇ ਵਿੱਚ $1.5 ਅਰਬ ਦਾ ਇਕੱਲਾ ਨੁਕਸਾਨ ਕਪਾਹ ਦਾ ਆ। ਅਗਰ ਇਹਨਾਂ ਦੀ ਸਟ੍ਰੈਟਜੀ ਠੀਕ ਹੋਵੇ, ਗਵਰਨਮੈਂਟ ਦੀ ਠੀਕ ਹੋਵੇ, ਉਹ ਜਿੰਨਾ ਨੁਕਸਾਨ ਹੋਇਆ ਉਹਦਾ 10% ਮੁਲਕ ਤੇ ਲਾਇਆ ਹੋਵੇ, ਡੈਮਾਂ ਤੇ ਲਾਇਆ ਹੋਵੇ, ਉਹਦੀ ਸਟ੍ਰੈਟਜੀ ਬਿਹਤਰ ਬਣਾਈ ਹੋਵੇ, ਤੇ ਇੰਨਾ ਵੱਡਾ ਨੁਕਸਾਨ। ਹਕੂਮਤ ਹਮੇਸ਼ਾ ਟ੍ਰੇਡਰਸ ਨੂੰ ਫੈਸਿਲਿਟੇਟ ਕਰਨਾ ਉਹਨੇ, ਕਿਸਾਨ ਨੂੰ ਅੱਜ ਤੱਕ ਵੇਖੀ ਹਕੂਮਤ ਜਿਹੜੀ? ਬਸ ਇਹ ਹੀ ਆ ਨਾ ਵੀ ਉਹ ਗੱਲ ਅੱਗੇ ਵਿਕਾਰ ਕਰਨੇ ਆ ਵੀ ਉਹ ਸਿਗਰਟ ਵਾਲੀ ਇੰਡਸਟਰੀ ਦੇ ਉੱਤੇ ਆ, ਸ਼ਰਾਬ ਵਾਲੀ ਇੰਡਸਟਰੀ ਦੇ ਉੱਤੇ ਆ, ਲੇਕਿਨ ਉਹ ਬੇਸਿਕ ਚੀਜ਼ਾਂ ਵੀ ਜਿੱਥੋਂ ਇੰਡਸਟਰੀਆਂ ਖੜੀਆਂ ਹੁੰਦੀਆਂ, ਉਹ ਬੇਸ ਕਿੱਥੇ ਆ? ਬੇਸ ਨੂੰ ਤੁਸੀਂ ਦੱਬੀ ਜਾਂਦੇ। ਜੇ ਬੇਸ ਨਹੀਂ ਹੋਏਗੀ, ਕਿਸੇ ਬਿਲਡਿੰਗ ਦੀ ਨੀਂਹ ਨਹੀਂ ਹੋਏਗੀ, ਤੇ ਉੱਤੇ ਤੁਸੀਂ ਕੀ ਰੱਖਣਾ? बहुत शुक्रिया नासिर भाई जी। की कहना चाहते हैं? अस्सलाम वालेकुम जनाब के एक मसला की साथियों के वज़ीर आज़म जदों आया तो इतवार की रात को आ गए। अगर मतलब किसानों का एक मतलब कि मामला है कि इतवार आ गया, क्योंकि उन्होंने साड़ा एहसास नहीं है। असा हर बंदे ने वोट दिता है, नवाज शरीफ ने दिता है, हर पार्टी ने दिता है, तो अज साड़ा ये हालात है, असीं सड़कों पर आ गए इन्हों वोट दे के। इतने 4 दिन किस तरह के लंघे तो अल्लाह तआला इरशाद फरमा के जिन्हें मैं पैदा किया रहना कि मैं उन्होंने देना है।
ਲੇਕਿਨ ਇਹਨਾਂ ਨੇ ਜਿਹੜਾ ਸਲੂਕ ਕੀਤਾ ਹੈ, ਹਾਤਾ ਕਿ ਜਿੱਥੇ ਅਸੀਂ ਰਹਿੰਦੇ ਇੱਕ ਮਸਜਿਦ ਦੇ ਵਿੱਚ 7-8 ਵਾਸ਼ਰੂਮ ਨੇ, ਉਹ ਐਸਾ ਇੱਕ ਇਮਾਮ ਸਾਹਿਬ ਹੈ ਉਹ ਪਾਣੀ ਬੰਦ ਕਰ ਦਿੰਦਾ ਹੈ। ਅਸੀਂ ਮੁਸਲਮਾਨ ਆ, ਨਮਾਜ਼ ਪੜ੍ਹਨ ਵਾਲੇ ਆ, ਸਾਹਮਣੇ ਬਿਲਕੁਲ ਇਸੇ ਤਰ੍ਹਾਂ ਸਮਝੇ ਇਹ ਸਾਡੇ ਨਾਲ ਸਲੂਕ ਹੋ ਰਿਹਾ ਹੈ। ਮਜ਼ੀਦ ਤੁਸੀਂ ਬਿਹਤਰ ਜਾਣ, ਅਗਰ ਸਾਡੇ ਇਹ ਮਤਲਬ ਕਿ ਗਲਤ ਹੈ, ਮਤਲਬ ਸਾਡਾ ਇਤਦਾਰ ਤੇ ਤੁਸੀਂ हुकूमत गल नहीं सुन रही, कितने दिन बैन का प्लान है फिर? ਹਕੂਮਤ ਗੱਲ ਸੁਣੇਗੀ, ਲੇਕਿਨ ਅਸੀਂ ਆਦੇ ਵੇਖਦੇ ਪਏ ਮਤਲਬ ਸਦਰ ਸਾਹਿਬ ਨੂੰ, ਉਹ ਇੱਕ ਦਿਨ ਮੌਤ ਤੇ ਆਣੀ ਹੈ। ਇਹ ਹਕੂਮਤ ਨਾ ਅਸਾਂ ਬਣਾਈ ਹੈ, ਠੀਕ ਹੈ, ਤੇ ਅਲਹਮਦੁਲਿਲਾ ਸਾਡਾ ਅੱਲਾਹ ਔਰ ਅੱਲਾਹ ਦਾ ਹਬੀਬ ਸਾਡੀ ਮਦਦ ਕਰੇਗਾ। ਇਹ ਜਿਹੜੇ ਜ਼ਾਲਮ ਬੈਠੇ ਨੇ ਇਹ ਇੱਕ ਦਿਨ ਨਸਲ ਨਬੂਦ ਹੋਣਗੇ ਇਨਸ਼ਾਅੱਲਾ, ਅੱਲਾਹ ਦੇ ਹੁਕਮ ਨਾਲ इंशाअल्लाह। अस्सलाम वालेकुम। वालेकुम सलाम। की नाम है भैन तुहाडा ते कित्थों आए जे? डॉक्टर मोहम्मद हसन चीमा, जनरल सैकटरी विहाड़े। ਤੇ ਡਾਕਟਰ ਸਾਹਿਬ 4 ਦਿਨ ਤੁਹਾਨੂੰ ਇੱਥੇ ਬੈਠਿਆ ਹੋਗੇ, ਘੁੰਮਣ ਨੇ ਕੋਈ ਇੱਕ ਗੱਲ ਵੀ ਤੁਹਾਡੀ ਮੰਨੀ? एक तो उन्होंने किया है कि जो ट्यूबवैल का बिल है वो भरना तो भर दो, तो नहीं तो वो मौखर कर दें। तो बाकी बिलों कमी वास्ते सोमवार की मीटिंग रखांगे, वो कैबिनेट बैठेगी, फिर फैसला किया जाएगा। ये तो एक कोई नरमी हुई है, नरमी हुई है। नाल ही राणा सनाउल्लाह ने धमकी भी देती है। नाल ही धमकी ये देती थी कि अगर ये डी चौक तक गए तो फिर इन्हों का घेराव भी किया जाएगा, फिर इन्हों का हर हरवा किया जाएगा। क्या जो पीटीआई नाल कीता सी 5 मई ਨੂੰ ਕਿਸਾਨਾਂ ਨਾਲ ਜਿਹੜੀ ਹੁਣ ਤਿਆਰੀ ਹੈ ਪੀटीआई ਵਾਸਤੇ, ਮੈਂ ਇੱਥੇ ਇਸਤੇਮਾਲ ਕਰਾਂਗਾ। हाँ वो करेगा तो वो सारा अपना भरेगा। और शहबाज शरीफ ये नहीं चाहता, और वज़ीर दाखिला अगर शौक आदा पूरा करना चाहता वो पूरा करके देख लो। इसका रद्द अमल जो आएगा पूरे पंजाब से पूरे पाकिस्तान से आएगा कि असी कोई मुल्क लुट के लैके नहीं लैके बाहर जा रहे, और असी इस हुकूमत को गिरान नहीं आए हैं। असी हुकूमत नहीं दे खिलाफ नहीं है, और जायज़ मुतालबात ने साढ़े कि असी इसे ही हमजा शहबाज शरीफ ने फिर शहबाज शरीफ के बेटे ने हमजे ने जिमनी इलैक्शन के आख्या असी 100 यूनिट फ्री करांगे घरेलू सार्फिन का। तो अज भी वो मुतालबा असी शहबाज शरीफ को कहने कि वो 100 यूनिट घरेलू सार्फिन वास्ते करे, और 500 यूनिट घर का जोड़ा कोई इस्तेमाल करे, वो 10 रुपये फिक्स 1 यूनिट 1 रेट दिता जाए। सार्फी को पता लगे कि मैं इन्ने यूनिट चलाए ने और मैनू इन्ना बिल लाना है, तो सानू दीगर टैक्स नाल कोई मुतालबात नहीं। और ट्यूबवैल का 5 रुपये 35 पैसे इसे ही वज़ीर आला ये शहबाज शरीफ सी और नवाज शरीफ वज़ीर आज़म सी, उसने ट्यूबवैल ये सहूलत दी, सबसिडी दी। वही अज मुतालबा करते हैं, तुम बहुत बड़े तजर्बाकार हो, 30 साल तो हुक्मरानी कर रहे हो, तो ट्यूबवैल 5 रुपये 35 पैसे बिजली दो, DAP सस्ती करो, यूरिया आम और सस्ती करो, असी ताकि गंदम पैदावार ज़्यादा ला सके। इस मुल्क में बाहरले मुल्कों 8000 वाली गंदम ना मंगानी पवे, वही सबसिडी पूरी चक के और इन किसानों से ला दी जाए, तो किसान खुशहाल तो मुल्क खुशहाल। और सरा अगर कोई तजर्बा करना चाहता लाठी चार्ज का, वो शौक है, आपका ज़ाती फैसला है। ਤੇ ਕੀ ਪਲਾਨ ਹੈ ਤੁਹਾਡਾ? 4 ਦਿਨ ਤੁਹਾਨੂੰ ਵੈਸੇ ਹੋ ਗਏ ਨੇ, ਅੱਗੋਂ ਕੀ ਪਲਾਨ ਹੈ ਕਿ ਹਕੂਮਤ ਅਗਰ ਮੁਤਾਲਬਾਤ ਨਹੀਂ ਮੰਨਦੀ ਤਾਂ ਕਿੰਨੇ ਦਿਨ ਦਾ ਪਲਾਨ ਹੈ? ਅਸੀਂ ਪੁਰਅਮਨ ਲੋਕ ਹਾਂ, ਅਸੀਂ ਪੁਰਅਮਨ ਰਵਾਂਗੇ। ਇਹ ਅਦਾਰੇ ਸਾਡੇ ਨੇ, ਅਸੀਂ ਕਿਸੇ ਨਾਲ ਤਸਾਦਮ ਨਹੀਂ ਚਾਹੁੰਦੇ। ਅਗਰ ਸਾਡਾ ਇਹਨਾਂ ਨੇ ਵਾਅਦਾ ਕੀਤਾ ਸੋਮਵਾਰ ਵਾਲੇ ਦਿਨ ਕਿ ਅਸੀਂ ਤੁਹਾਨੂੰ ਉਹਦਾ ਰਿਲੀਫ ਲੈ ਕੇ ਦਿੰਦੇ ਹਾਂ, ਸਬਸਿਡੀ ਦਿੰਦੇ ਹਾਂ, ਅਗਰ ਉਹ ਨਹੀਂ ਕਰਦੇ ਪੂਰੇ ਜ਼ਿਲ੍ਹੇ, ਪੂਰਾ ਪੰਜਾਬ, ਪੂਰੇ ਰੋਡ, ਰੇਲਵੇ, ਹਾਈਵੇ, ਮੋਟਰਵੇ ਇਹ ਸਾਰੀਆਂ ਜਾਮ ਹੋ ਸਕਦੀਆਂ ਨੇ। ਤੇ ਸਿਰਫ ਪੰਜਾਬ ਤੋਂ ਕੀ ਲੋਕ ਇੱਥੇ ਆਏ ਨੇ? नहीं पंजाब नहीं, सारे सूबों तो आए ने, हर सूबे तो आए ने, और मजीद दस्ते जो ने सोमवार में फिर पहुंचणगे। ਇਸ ਵਕਤ ਕਿੰਨੇ ਸਾਥੀ ਨੇ ਤੁਹਾਡੇ ਇੱਥੇ ਮੌਜੂਦ ਤੇ ਕਿੰਨੇ ਕੋਈ ਹੋਰ ਆ ਰਹੇ ਨੇ? देखो तुम खुद अंदाजा लाओगे, 150-200 बस खड़ी है और 10,000 तो बंदा घट नहीं है, और इतने ही बंदे और मुतवक्का ने। ਬਹੁਤ ਸ਼ੁਕਰੀਆ। थैंक यू जी।